Good morning students. Today we will do base stock method. Each concern always maintains a minimum quantity of material in stock. This minimum quantity is known as safety or base stock and this should be used only when an emergency arises. Base stock ਦੇ ਵਿੱਚ ਕੀ ਕਿਹਾ ਗਿਆ ਹੈ ਕਿ ਆਪਾਂ ਨੂੰ ਕੀ ਕਰਨੀ ਚਾਹੀਦੀ ਹੈ, ਇੱਕ ਮਿਨੀਮਮ ਕੁਆਂਟਿਟੀ ਹੈ ਜਿਹੜੀ ਮਟੀਰੀਅਲ ਦੀ ਉਹ ਮੇਨਟੇਨ ਕਰਕੇ ਰੱਖਣੀ ਚਾਹੀਦੀ ਹੈ ਸਟਾਕ ਦੇ ਵਿੱਚ। ਕਿਉਂ ਕਰਨੀ ਚਾਹੀਦੀ ਹੈ? ਤਾਂ ਕਿ ਵੀ ਜੋ ਆਪਾਂ ਨੂੰ ਐਮਰਜੈਂਸੀ ਵਗੈਰਾ ਦੇ ਵਿੱਚ ਨੀਡ ਅਰਾਈਜ਼ ਹੋਵੇ ਤਾਂ ਆਪਾਂ ਇਸ ਨੂੰ ਯੂਟੀਲਾਈਜ਼ ਕਰ ਸਕੀਏ ਪ੍ਰੋਪਰ ਟਾਈਮ ਦੇ ਉੱਤੇ। It is created out of first lot of material purchased and therefore it is always valued at the cost price of the first lot। ਹੁਣ ਆਪਾਂ ਜਿਹੜਾ ਬੇਸ ਸਟਾਕ ਮਟੀਰੀਅਲ ਹੈ ਇਸ ਨੂੰ ਕਿੱਥੋਂ ਮੇਨਟੇਨ ਕਰਦੇ ਹਾਂ? ਫਸਟ ਲੋਟ ਸਾਈਜ਼ ਦੇ ਵਿੱਚੋਂ ਵੀ ਜੋ ਆਪਾਂ ਫਸਟ ਟਾਈਮ ਪਰਚੇਜ਼ ਕੀਤੀ ਸੀ ਕੁਆਂਟਿਟੀ, ਆਪਾਂ ਉਸ ਦੇ ਵਿੱਚੋਂ ਕੁਛ ਕੁ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਮਨੀ ਦੇ ਵਿੱਚ ਆਪਾਂ ਰਿਜ਼ਰਵ ਕ੍ਰੀਏਟ ਕਰ ਲੈਂਦੇ ਹੁੰਦੇ ਹਾਂ ਫਿਊਚਰ ਦੇ ਲਈ, ਤਾਂ ਸੇਮ ਆਪਾਂ ਸਟਾਕ ਦੇ ਵਿੱਚੋਂ ਕੁਛ ਕੁ ਕੁਆਂਟਿਟੀ ਨੂੰ ਜਿਹੜੀ ਐਜ਼ ਅ ਫਿਊਚਰ ਸਿਕਿਉਰਿਟੀ ਆਪਾਂ ਕੀ ਕਰ ਲੈਂਦੇ ਹਾਂ, ਉਹਨੂੰ ਸੇਵ ਕਰ ਲੈਂਦੇ ਹਾਂ, ਤਾਂ ਆਪਾਂ ਉਸ ਨੂੰ ਕੀ ਕਹਿ ਸਕਦੇ ਹਾਂ? ਬੇਸ ਸਟਾਕ ਮੈਥਡ। ਹੁਣ ਆਪਾਂ ਇਸ ਨੂੰ ਕਿਸ ਸਟਾਕ ਦੇ ਉੱਤੇ ਜਾਂ ਕਿਸ ਵੈਲਿਊਜ਼ ਦੇ ਉੱਪਰ ਇਸ ਕੁਆਂਟਿਟੀ ਨੂੰ ਜਿਹੜਾ ਰਿਕਾਰਡ ਕਰਦੇ ਹਾਂ ਕੋਸਟ ਦੇ ਉੱਤੇ ਕਰਦੇ ਹਾਂ। ਕਿਉਂਕਿ ਦੇਖੋ ਹੁਣ ਜੇ ਆਪਾਂ ਬੈਲੈਂਸ ਸ਼ੀਟ ਬਣਾ ਰਹੇ ਹਾਂ, ਦੇਖੋ ਨਾ ਸਪੋਜ਼ ਕਰੋ ਵੀ ਆਪਾਂ ਇੱਕ ਗੋਇੰਗ ਕੰਸਰਨ ਬੇਸਿਸ 'ਤੇ ਬਣਾ ਲੈਂਦੇ ਹਾਂ ਕਈ ਵਾਰ, ਅਤੇ ਇੱਕ ਆਪਾਂ ਕਰੰਟ ਦੇ ਬੇਸਿਸ 'ਤੇ। ਜਦੋਂ ਆਪਾਂ ਗੋਇੰਗ ਕੰਸਰਨ ਬੇਸਿਸ 'ਤੇ ਬਣਾਉਂਦੇ ਹਾਂ ਤਾਂ ਆਪਾਂ ਕੀ ਮੰਨ ਰਹੇ ਹਾਂ ਵੀ ਆਪਾਂ ਇਹਨੂੰ ਯੂਜ਼ ਨਹੀਂ ਕਰਨਾ ਫਰਦਰ ਟਾਈਮ ਪੀਰੀਅਡ ਦੇ ਲਈ, ਆਪਾਂ ਇਸ ਨੂੰ ਕੀ ਕਰਕੇ ਚੱਲਣਾ? ਕੈਰੀ ਔਨ ਕਰਕੇ ਚੱਲਣਾ। ਤਾਂ ਆਪਾਂ ਉਸ ਨੂੰ ਹਮੇਸ਼ਾ ਕੀ ਕਰਦੇ ਹਾਂ? ਕੋਸਟ ਪ੍ਰਾਈਸ 'ਤੇ ਰੱਖਦੇ ਹਾਂ, ਨਾ ਕਿ ਕਰੰਟ ਪ੍ਰਾਈਸ 'ਤੇ। ਤਾਂ ਸੇਮ ਆਪਣੀ ਕੁਆਂਟਿਟੀ ਦੀ ਗੱਲ ਵੀ ਜਦੋਂ ਆਪਾਂ ਨੇ ਇਸ ਨੂੰ ਕਿਤੇ ਯੂਟੀਲਾਈਜ਼ ਹੀ ਨਹੀਂ ਕਰਨਾ, ਆਪਾਂ ਨੇ ਸਿਰਫ ਐਮਰਜੈਂਸੀ ਦੀ ਨੀਡ ਅਰਾਈਜ਼ ਹੋਣ 'ਤੇ ਇਸ ਨੂੰ ਯੂਟੀਲਾਈਜ਼ ਕਰਨਾ, ਤਾਂ ਇਸ ਦੇ ਆਪਾਂ ਨੂੰ ਕਰੰਟ ਮਾਰਕੀਟ ਪ੍ਰਾਈਸ ਚਾਹੇ ਹਾਇਰ ਹੋਣ ਚਾਹੇ ਲੋਅਰ ਹੋਣ, ਆਪਾਂ ਨੂੰ ਇਸ ਦਾ ਇਫੈਕਟ ਨਹੀਂ ਸ਼ੋ ਹੁੰਦਾ। ਤਾਂ ਕਰਕੇ ਆਪਾਂ ਇਸ ਨੂੰ ਕਿਸ ਵੈਲਿਊ ਦੇ ਉੱਪਰ ਰੱਖਦੇ ਹਾਂ? ਹਮੇਸ਼ਾ ਕੋਸਟ ਪ੍ਰਾਈਸ ਦੇ ਉੱਤੇ। ਤਾਂ ਇਹ ਕਿਹੜਾ ਮੈਥਡ ਹੈ? ਬੇਸ ਸਟਾਕ ਮੈਥਡ। The subject or object of this method is to issue the material according to current ਪ੍ਰਾਈਸਿਸ। ਤਾਂ ਦੇਖੋ ਜੇ ਆਪਾਂ ਨੂੰ ਐਮਰਜੈਂਸੀ ਦੇ ਵਿੱਚ ਨੀਡ ਅਰਾਈਜ਼ ਹੋਈ ਤਾਂ ਆਪਾਂ ਉਸ ਨੂੰ ਈਸ਼ੂ ਕਰਾਂਗੇ ਕਰੰਟ ਪ੍ਰਾਈਸ ਦੇ ਉੱਤੇ, ਬਟ ਰਿਕਾਰਡ ਕਰੰਟ ਪ੍ਰਾਈਸ ਦੇ ਲਈ ਰਿਕਾਰਡ ਆਪਾਂ ਕਰੰਟ ਪ੍ਰਾਈਸ 'ਤੇ ਨਹੀਂ ਕੋਸਟ ਪ੍ਰਾਈਸ ਦੇ ਉੱਤੇ ਕਰਾਂਗੇ। ਦਿਸ objective will be achieved only when the LIFO method last in first out is used together with the base stock method। ਤਾਂ ਜੇ ਤੁਹਾਨੂੰ ਕੋਈ ਪੁੱਛੇ ਵੀ ਬੇਸ ਸਟਾਕ ਮੈਥਡ ਕੀ ਹੈ, ਬੇਸ ਸਟਾਕ ਮੈਥਡ ਹੈ ਜਿਹੜਾ ਇੱਕ ਕੰਬੀਨੇਸ਼ਨ ਹੈ BSM ਮੀਨਸ ਬੇਸ ਸਟਾਕ ਮੈਥਡ ਪਲੱਸ ਲੀਫੋ ਮੈਥਡ। ਤਾਂ ਆਪਾਂ ਇਸ ਦੀ ਇੱਕ ਇਲਾਸਟ੍ਰੇਸ਼ਨ ਕਰਦੇ ਹਾਂ ਅੱਗੇ। ਤਾਂ ਬਿਲਕੁਲ ਇਸ ਦੇ ਨਾਲ ਦੀ ਇੱਕ ਇਲਾਸਟ੍ਰੇਸ਼ਨ ਆਪਣੇ ਲੀਫੋ ਫੀਫੋ ਦੇ ਵਿੱਚ ਵੀ ਕੀਤੀ ਸੀ, ਉਹ ਮੈਥਡਸ ਦੇ ਵਿੱਚ ਵੀ ਕੀਤੀ ਹੈ, ਕਿਉਂਕਿ ਇੱਕ ਕੰਬੀਨੇਸ਼ਨ ਹੈ ਨਾ ਦੋਨਾਂ ਦਾ, ਲੀਫੋ ਦਾ ਅਤੇ ਸਟੋਰ ਆਪਣਾ ਬੇਸ ਸਟਾਕ ਮੈਥਡ। ਤਾਂ ਆਪਾਂ ਇਸ ਦੀ ਇੱਕ ਇਲਾਸਟ੍ਰੇਸ਼ਨ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਕੁਆਂਟਿਟੀ ਹੈ, ਰੇਟ ਹੈ, ਤਾਂ ਮੈਂ ਤੁਹਾਨੂੰ ਪ੍ਰੀਵੀਅਸ ਦੇ ਵਿੱਚ ਵੀ ਕਰਵਾਇਆ ਸੀ ਇਲਾਸਟ੍ਰੇਸ਼ਨ ਦੇ ਵਿੱਚ ਵੀ, ਰੇਟ ਇੰਟੂ ਕੁਆਂਟਿਟੀ ਮੀਨਸ ਕਿਊ ਇੰਟੂ ਆਪਾਂ ਨੇ ਕੀ ਕਰਨਾ? ਪ੍ਰਾਈਸ ਕਰਨਾ, ਪੀ ਇੰਟੂ ਕਿਊ ਜਾਂ ਕਿਊ ਇੰਟੂ ਪੀ। ਤਾਂ ਦੇਖੋ ਕੁਆਂਟਿਟੀ ਆਪਣੇ ਕੋਲ ਕਿੰਨੀ ਹੈ? 4, ਰੇਟ ਕਿੰਨਾ? 1.10। ਤਾਂ ਮਲਟੀਪਲਾਈ ਕਰਕੇ ਆਪਣੇ ਕੋਲ ਕੀ ਆ ਗਈ? ਟੋਟਲ ਅਮਾਊਂਟ ਆ ਗਈ 440। ਦੈਨ ਨੈਕਸਟ ਆਪਾਂ 300 ਨੂੰ ਕੀਤਾ 1.20 ਦੇ ਨਾਲ 360 ਆ ਗਈ। ਨੈਕਸਟ ਆਪਾਂ 500 ਨੂੰ ਕੀਤਾ 1.30 ਦੇ ਨਾਲ ਆਪਣੇ ਕੋਲ ਕਿੰਨਾ ਆ ਗਿਆ? 650 ਆ ਗਿਆ। ਤਾਂ ਆਪਾਂ ਕੀ ਕਰ ਰਹੇ ਹਾਂ? ਸਿਰਫ ਕੁਆਂਟਿਟੀ ਇੰਟੂ ਰੇਟ ਕਰ ਰਹੇ ਹਾਂ, ਟੋਟਲ ਅਮਾਊਂਟ। ਦੈਨ ਨੈਕਸਟ ਕੁਆਂਟਿਟੀ ਇੰਟੂ ਰੇਟ ਕਿੰਨਾ? 200 ਇੰਟੂ 1 200, 300 ਇੰਟੂ 1.20 360। ਤਾਂ ਆਪਣੇ ਕੋਲ ਕੀ ਆ ਗਈ? ਟੋਟਲ ਅਮਾਊਂਟ ਆ ਚੁੱਕੀ ਹੈ। ਤਾਂ ਆਪਾਂ ਨੈਕਸਟ ਕੀ ਕਰਾਂਗੇ? ਕੁਆਂਟਿਟੀ ਰੇਟ ਪਰ ਯੂਨਿਟ ਇਹਨਾਂ ਸਾਰਾ ਦਾ ਆਪਾਂ ਕੀ ਕਰ ਲਵਾਂਗੇ? ਟੋਟਲ ਕਰ ਲਵਾਂਗੇ। ਤਾਂ ਆਪਾਂ ਸਿਰਫ ਇਸ ਨੂੰ ਕੀ ਮੰਨਿਆ ਗਾ? ਬੇਸ ਸਟਾਕ ਮੈਥਡ ਵਿਦ ਲੀਫੋ, ਕਿਉਂਕਿ ਤੁਹਾਨੂੰ ਲੀਫੋ ਸਮਝ ਆ ਗਿਆ ਨਾ ਕਨਸੈਪਟ, ਤਾਂ ਇਹ ਤੁਹਾਡੇ ਲਈ ਬਿਲਕੁਲ ਈਜ਼ੀ ਹੈ। ਤਾਂ ਆਪਾਂ ਨੈਕਸਟ ਅੱਗੇ ਮੈਥਡ ਕਰਦੇ ਹਾਂ। ਨੈਕਸਟ ਮੈਥਡ ਇਜ਼ ਹਾਈਐਸਟ ਇਨ ਫਸਟ ਆਊਟ, HIFO ਹੀਫੋ, ਹਾਈਐਸਟ ਇਨ ਫਸਟ ਮੈਥਡ। ਇਸ ਦੇ ਵਿੱਚ ਕੀ ਹੈ? ਕਹਿੰਦੇ ਵੀ ਜੋ ਕਲੋਜ਼ਿੰਗ ਸਟਾਕ ਦਾ ਜਾਂ ਆਪਾਂ ਕਹਿ ਸਕਦੇ ਹਾਂ ਵੀ ਐਂਡਿੰਗ ਬੈਲੈਂਸ ਹੁੰਦਾ ਨਾ ਜੋ ਮਟੀਰੀਅਲ ਦਾ, ਉਸ ਨੂੰ ਆਪਾਂ ਆਲਵੇਜ਼ ਮਿਨੀਮਮ ਵੈਲਿਊ ਦੇ ਉੱਪਰ ਮੇਨਟੇਨ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਇਹਨਾਂ ਨੂੰ ਜੇ ਆਪਾਂ ਇਸ਼ੂਜ਼ ਨੂੰ ਹਾਈਐਸਟ ਵੈਲਿਊ ਦੇ ਉੱਪਰ ਕਰਦੇ ਹਾਂ ਤਾਂ ਆਪਣੇ ਕੋਲ ਕੀ ਹੁੰਦੇ ਨੇ? ਹਾਈਏਬਲ ਅਵੇਲੇਬਲ ਕੰਸਾਈਨਮੈਂਟਸ ਬਣ ਜਾਂਦੇ ਨੇ ਸਟੋਰ ਦੇ ਵਿੱਚ। ਹੁਣ ਦੇਖੋ ਜਿੰਨਾ ਤੁਸੀਂ ਕਲੋਜ਼ਿੰਗ ਬੈਲੈਂਸ ਜਿਹੜਾ ਉਹ ਮਿਨੀਮਮ ਅਮਾਊਂਟ 'ਤੇ ਰੱਖੋਗੇ ਉਨੀ ਤੁਹਾਡੇ ਕੋਲ ਜਿਹੜੀ ਰਿਕੁਆਇਰਮੈਂਟ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਤਾਂ ਕਿਹੜਾ ਮੈਥਡ ਸੂਟੇਬਲ ਹੈ? ਹੀਫੋ, ਹਾਈਐਸਟ ਇਨ ਫਸਟ ਆਊਟ ਮੈਥਡ। This method is not popular as it always undervalues the stock which amounts to creating a secret reserve।
ਹੁਣ ਹਾਈਐਸਟ ਇਨ ਫਸਟ ਆਊਟ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਵੀ ਜੋ ਤੁਹਾਡਾ ਕਲੋਜ਼ਿੰਗ ਬੈਲੈਂਸ ਹੈ ਉਸ ਨੂੰ ਮਿਨੀਮਮ ਵੈਲਿਊ 'ਤੇ ਰੱਖੋਗੇ। ਜਦੋਂ ਤੁਸੀਂ ਮਿਨੀਮਮ ਵੈਲਿਊ 'ਤੇ ਰੱਖੋਗੇ ਤਾਂ ਤੁਹਾਡੇ ਕੋਲ ਆਪਣੇ ਆਪ ਕੀ ਕ੍ਰੀਏਟ ਹੋ ਜਾਣਗੇ, ਸੀਕ੍ਰੇਟ ਰਿਜ਼ਰਵਸ ਕ੍ਰੀਏਟ ਹੋ ਜਾਣਗੇ। ਦ ਮੈਥਡ ਇਜ਼ ਮੇਨਲੀ ਯੂਜ਼ਡ ਇਨ ਕੇਸ ਆਫ ਕਾਸਟ ਪਲੱਸ ਕੰਟਰੈਕਟ ਔਰ ਮੋਨੋਪੋਲੀ ਪ੍ਰੋਡਕਟ ਐਜ਼ ਇਟ ਹੈਲਪਫੁਲ ਇਨ ਇਨਕਰੀਜ਼ਿੰਗ ਦ ਪ੍ਰਾਈਸ ਆਫ ਕੰਟਰੈਕਟ ਔਰ ਪ੍ਰੋਡਕਟ। ਹੁਣ ਦੇਖੋ ਮੋਨੋਪੋਲੀ ਕੀ ਹੁੰਦਾ, ਸਿੰਗਲ ਸੈਲਰ ਹੁੰਦਾ, ਉਸਦੇ ਹੱਥ ਹੀ ਹੁੰਦਾ ਪ੍ਰਾਈਸ ਡਿਸਕ੍ਰੀਮੀਨੇਸ਼ਨ ਕਰਨਾ ਵੀ ਉਹ ਕਿਸ ਡਿਗਰੀ ਦਾ, ਫਸਟ ਡਿਗਰੀ ਦਾ, ਸੈਕਿੰਡ ਡਿਗਰੀ ਦਾ ਜਾਂ ਫਿਰ ਥਰਡ ਡਿਗਰੀ ਦਾ ਡਿਸਕ੍ਰੀਮੀਨੇਸ਼ਨ ਕਰ ਰਿਹਾ ਆਪਣੇ ਕੰਜ਼ਿਊਮਰ ਦੇ ਨਾਲ। ਤਾਂ ਇਹ ਸਾਰੇ ਕੋਸਟ ਪਲੱਸ ਤੇ ਮੋਨੋਪੋਲੀ ਕਿੱਥੇ ਸੁਟੇਬਲ ਨੇ, ਹੀਫੋ ਮੈਥਡ ਦੇ ਵਿੱਚ। ਨੈਕਸਟ ਜਿਹੜਾ ਮਾਰਕੀਟ ਪ੍ਰਾਈਸ ਮੈਥਡ, ਤੁਹਾਨੂੰ ਪਤਾ ਵੀ ਕਰੰਟ ਵੈਲਿਊ ਦੇ ਉੱਪਰ ਸਟੋਰ ਕਰਨਾ ਮਾਰਕੀਟ ਪ੍ਰਾਈਸ ਮੈਥਡ। ਦੈਨ ਸਟੈਂਡਰਡ ਪ੍ਰਾਈਸ ਮੈਥਡ, ਸਟੈਂਡਰਡ ਦੇ ਵਿੱਚ ਕੀ ਹੁੰਦਾ ਵੀ ਜੇ ਆਪਾਂ ਨੇ ਇੱਕ ਸਟੈਂਡਰਡ ਫਿਕਸ ਕਰ ਲਿਆ ਫਿਊਚਰ ਦੇ ਵਿੱਚ 5 ਰੁਪੀਜ਼ ਪਰ ਯੂਨਿਟ ਸੇਲ ਕਰਨੀ ਹੈ ਤਾਂ ਆਪਾਂ ਉਸਨੂੰ ਕੀ ਕਰਾਂਗੇ, ਐਕਚੁਅਲ ਨੂੰ ਸਟੈਂਡਰਡ ਦੇ ਨਾਲ ਹੀ ਕੰਪੈਰੀਜ਼ਨ ਕਰਕੇ ਐਕਚੁਅਲ ਰਿਜ਼ਲਟਸ ਜਿਹੜੇ ਆਪਣੇ ਉਹ ਚੈੱਕ ਆਊਟ ਕਰਾਂਗੇ। ਤਾਂ ਉਹ ਕਿਹੜਾ ਮੈਥਡ ਹੈ, ਸਟੈਂਡਰਡ ਪ੍ਰਾਈਸ ਮੈਥਡ। ਦਿਸ ਪ੍ਰਾਈਸ ਇਜ਼ ਨਾਈਥਰ ਦਾ ਕਾਸਟ ਨੋਰ ਦਾ ਮਾਰਕੀਟ, ਨਾ ਤਾਂ ਆਪਾਂ ਇੱਥੇ ਮਾਰਕੀਟ ਪ੍ਰਾਈਸ ਦੇਖ ਰਹੇ ਨਾ ਕਾਸਟ ਪ੍ਰਾਈਸ, ਆਪਾਂ ਸਿਰਫ ਇੱਕ ਕੀ ਕਰ ਰਹੇ ਫਿਊਚਰ ਦੇ ਲਈ ਸਟੈਂਡਰਡ ਇੱਕ ਕਰਾਈਟੇਰੀਆ ਸੈੱਟ ਕਰ ਚੁੱਕੇ ਹਾਂ। ਨੈਕਸਟ ਆਪਾਂ ਇਸ ਦੀ ਇੱਕ ਇਲਸਟ੍ਰੇਸ਼ਨ ਕਰਦੇ ਹਾਂ ਸਟੈਂਡਰਡ ਪ੍ਰਾਈਸ ਮੈਥਡ ਦੀ। ਸਭ ਤੋਂ ਪਹਿਲਾਂ ਤੁਹਾਨੂੰ ਰਸੀਡ ਨੇ ਤੇ ਈਸ਼ੂਡ ਨੇ, ਆਪਾਂ ਇਹਨੂੰ ਸੈਪਰੇਟ ਕਰ ਲਵਾਂਗੇ, ਰਸੀਡ ਨੂੰ ਅਲੱਗ ਕਰ ਲਵਾਂਗੇ ਤੇ ਈਸ਼ੂਡ ਨੂੰ ਅਲੱਗ ਕੱਢ ਲਵਾਂਗੇ। ਤਾਂ ਦੇਖੋ ਯੂਨਿਟਸ ਨੇ 2000, ਇਹ ਕਿਸ ਦੀਆਂ ਨੇ, ਰਸੀਡ ਦੀਆਂ ਨੇ। ਦੈਨ 1000 ਨੇ, ਇਹ ਰਸੀਡ ਦੀਆਂ ਨੇ। ਤਾਂ 2000 ਯੂਨਿਟਸ ਹੋ ਗਈਆਂ ਤੇ 1000 ਯੂਨਿਟਸ ਹੋ ਗਈਆਂ। ਨੈਕਸਟ ਰਸੀਡ ਦੇ ਕਿਹੜੇ ਨੇ, 800 ਹੋ ਗਈਆਂ ਤੇ 500 ਹੋ ਗਈਆਂ। ਦੈਨ ਆਪਾਂ ਰੇਟ ਦੇਖਾਂਗੇ, ਇਹਨਾਂ ਦੇ ਰੇਟ ਕਿੰਨਾ, 11, 10, 9, 12। ਤਾਂ ਅਮਾਊਂਟ ਆ ਗਈ ਰੇਟ ਇੰਟੂ ਕੁਆਂਟੀਟੀ ਕਰਕੇ। ਦੈਨ ਆਪਾਂ ਈਸ਼ੂਡ ਦੇਖਾਂਗੇ, ਈਸ਼ੂਡ ਕਿੰਨੀਆਂ ਨੇ, 1200 ਨੇ, 900 ਨੇ ਐਂਡ 1100 ਨੇ। ਤਾਂ ਇਹ ਅਲੱਗ ਕੈਲਕੂਲੇਟ ਕਰ ਲਿਆ ਆਪਣੇ ਰੇਟ ਪਰ ਯੂਨਿਟ ਨਾਲ ਮਲਟੀਪਲੀ ਕਰਕੇ ਆਪਣੇ ਕੋਲ ਕੀ ਆ ਗਈ, ਅਮਾਊਂਟ ਆ ਗਈ। ਤਾਂ ਤੁਹਾਨੂੰ ਦੇਖੋ ਟੋਟਲ ਪਤਾ ਵੀ ਟੋਟਲ ਕਿੰਨੀਆਂ ਹੋ ਗਈਆਂ ਯੂਨਿਟਸ, 2000, 3000। ਅੱਗੇ ਆਪਾਂ ਇਹਨੂੰ ਕੀ ਕਰੀਏ, ਐਡ ਅਪ ਕਰੀਏ ਤਾਂ ਤੁਹਾਡੇ ਕੋਲ ਕੀ ਆ ਗਿਆ, ਸਟੈਂਡਰਡ ਪ੍ਰਾਈਸ ਦਾ ਲੈਜਰ ਅਕਾਊਂਟ ਆ ਗਿਆ। ਜੇ ਕਿਸੇ ਨੂੰ ਵੀ ਨਹੀਂ ਸਮਝ ਆਇਆ ਤਾਂ ਇੱਥੋਂ ਸਮਝ ਲਓ ਪ੍ਰਾਈਸ ਵੇਰੀਆਂਸ ਕਿਸ ਤਰ੍ਹਾਂ ਆਇਆ, ਐਕਚੁਅਲ ਕੁਆਂਟੀਟੀ ਇੰਟੂ ਸਟੈਂਡਰਡ ਪ੍ਰਾਈਸ ਤੁਸੀਂ ਕਰ ਹੀ ਰਹੇ ਹੋ ਹੁਣ ਤਾਂ ਕੀਤਾ। ਦੇਖੋ ਸਟੈਂਡਰਡ ਪ੍ਰਾਈਸ ਇੰਟੂ ਕੁਆਂਟੀਟੀ ਤਾਂ ਆਪਾਂ ਨੇ ਕੀਤਾ ਹੀ ਹੈ, ਮਾਈਨਸ ਐਕਚੁਅਲ ਕਾਸਟ ਆਫ ਰਸਿਟਸ। ਤਾਂ ਆਪਣੇ ਕੋਲ ਕੀ ਆ ਗਿਆ ਇੱਥੇ ਲਾਈਕ 2200, ਇਹ ਅਨਫੇਵਰੇਬਲ ਹੈ ਕਿਉਂਕਿ ਜ਼ਿਆਦਾ ਆ ਗਿਆ। ਨੈਕਸਟ ਆਪਾਂ ਕੈਲਕੂਲੇਟ ਕਰ ਲਵਾਂਗੇ 11000, ਕੁਛ ਵੀ ਨਹੀਂ ਕੀਤਾ ਹੋਇਆ, ਜਿਹੜਾ ਤੁਹਾਡਾ ਟੋਟਲ ਆ ਗਿਆ ਨਾ ਉਸ ਨੂੰ ਹੀ ਪਲੱਸ ਮਾਈਨਸ ਕੀਤਾ ਹੋਇਆ ਇੱਥੇ। ਦੈਨ ਨੈਕਸਟ ਟੋਪਿਕ ਇਜ਼ ਪ੍ਰਾਈਸਿੰਗ ਆਫ ਰਿਟਰਨ। ਹੁਣ ਆਪਾਂ ਰਿਟਰਨਸ ਜਿਹੜੇ ਦੋ ਤਰੀਕਿਆਂ ਨਾਲ ਕਰ ਸਕਦੇ ਹਾਂ, ਜਾਂ ਤਾਂ ਫਿਰ ਜੋ ਪ੍ਰਾਈਸ 'ਤੇ ਆਪਾਂ ਇਸ਼ੂ ਕੀਤਾ ਜਾਂ ਫਿਰ ਉਸ 'ਤੇ ਕਰੰਟ ਪ੍ਰਾਈਸਿਸ 'ਤੇ। ਜਦੋਂ ਆਪਾਂ ਕਰੰਟ ਪ੍ਰਾਈਸਿਸ 'ਤੇ ਇਸ਼ੂ ਕਰ ਰਹੇ ਹਾਂ ਤਾਂ ਆਪਾਂ ਕਰੰਟ ਵੈਲਿਊਜ਼ ਦਾ ਬੈਨੀਫਿਟ ਲੈ ਰਹੇ ਹਾਂ, ਬਟ ਜਦੋਂ ਆਪਾਂ ਇਸ਼ੂਡ ਪ੍ਰਾਈਸ 'ਤੇ ਕਰ ਰਹੇ ਹਾਂ ਤਾਂ ਜੇ ਫਿਊਚਰ ਦੇ ਵਿੱਚ ਕੋਈ ਰਿਸਕ ਵਗੈਰਾ ਅਰਾਈਜ਼ ਹੁੰਦਾ ਡਿਕਰੀਜ਼ ਇਨਕਰੀਜ਼ ਦਾ ਤਾਂ ਆਪਾਂ ਉਸ ਤੋਂ ਕੀ ਹੋ ਜਾਂਦੇ ਹਾਂ, ਸਿਕਿਉਰ ਹੋ ਜਾਂਦੇ ਹਾਂ। ਤਾਂ ਇਸ ਦੀਆਂ ਕੁਛ ਇਲਸਟ੍ਰੇਸ਼ਨਸ ਨੇ, ਅੱਗੇ ਇਹਨਾਂ ਨੂੰ ਟਰਾਈ ਕਰ ਲਿਓ, ਮੈਕਸੀਮਮ ਟੂ ਮੈਕਸੀਮਮ ਇਸ ਦੀਆਂ ਇਲਸਟ੍ਰੇਸ਼ਨਸ ਕਰ ਲਿਓ ਤੁਸੀਂ ਲੀਫੋ ਫੀਫੋ ਮੈਥਡ ਦੀਆਂ। ਅਤੇ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ ਨੈਕਸਟ ਚੈਪਟਰ। ਥੈਂਕ ਯੂ।